जी प्यारे विद्यार्थियों, मैं मोनिका मेहता साइंस मिस्टर्स GSS लोहगढ़। ਅਸੀਂ ਲੈਸਨ ਕਰ ਰਹੇ ਸੀਗੇ 12ਵਾਂ ਇਲੈਕਟ੍ਰਿਸਿਟੀ। ਜੋ ਕੁਐਸਚਨ ਆਉਂਦੇ ਆ ਡਿਸਕਸ ਕਰਨੇ ਵੀ ਵਿਲ ਡਿਸਕਸ ਹੇਅਰ ਬਿਕੋਜ਼ ਦੀ ਸੋਲਵ ਕੁਐਸਚਨ ਆਰ ਹੇਅਰ ਅਵੇਲੇਬਲ। ਪਹਿਲਾ ਕੁਐਸਚਨ ਹੈਗਾ ਥਰਡ ਕੁਐਸਚਨ, ਕੈਲਕੂਲੇਟ ਦੀ ਨੰਬਰ ਆਫ ਇਲੈਕਟ੍ਰੋਨਸ। ਜੋ ਹੁੰਦਾ ਚਾਰਜ ਇੱਕ ਇਲੈਕਟ੍ਰੋਨ 'ਤੇ ਕਿੰਨਾ ਚਾਰਜ ਹੋਏਗਾ ਇਨਟੂ ਨੰਬਰ ਆਫ ਇਲੈਕਟ੍ਰੋਨਸ, ਉਹ ਕੀ ਹੋਏਗਾ ਇੱਕ ਕੂਲਮ ਦੇ ਇਕੁਅਲ ਹੋਏਗਾ। ਤਾਂ ਅਸੀਂ ਕੀ ਕਰਨਾ ਹੈ, ਨੰਬਰ ਆਫ ਇਲੈਕਟ੍ਰੋਨਸ ਫਾਈਂਡ ਆਊਟ ਕਰਨੇ ਹੈ। ਇੱਕ ਇਲੈਕਟ੍ਰੋਨਸ 'ਤੇ ਕਿੰਨਾ ਚਾਰਜ ਹੈਗਾ, Q ਇਕੁਅਲ ਟੂ NE। ਨੰਬਰ ਆਫ ਇਲੈਕਟ੍ਰੋਨਸ ਫਾਈਂਡ ਕਰਨੇ, ਇੱਕ 'ਤੇ ਕਿੰਨਾ ਚਾਰਜ ਹੁੰਦਾ 10⁻⁻19 ਕੂਲਮ। ਠੀਕ ਹੈ, ਤਾਂ ਇਹ Q ਵੀ ਕਿੰਨਾ ਆ ਗਿਆ ਕੂਲਮ। ਤਾਂ ਇੱਧਰ ਡਿਵਾਈਡ ਕਰ ਲਓ 1/1.6 10⁻⁻19। ਇਹ ਕੀ ਆ ਜਾਏਗਾ, ਨੰਬਰ ਆਫ ਇਲੈਕਟ੍ਰੋਨਸ ਆ ਜਾਣਗੇ 10⁻+19। ਠੀਕ ਹੈ, ਤਾਂ ਇੱਦਾਂ ਅਸੀਂ ਨੰਬਰ ਆਫ ਇਲੈਕਟ੍ਰੋਨਸ ਇੱਕ ਕੂਲਮ ਚਾਰਜ ਦੇ ਵਿੱਚ ਕਿੰਨੇ ਹੁੰਦੇ ਆ ਉਹ ਕੱਢ ਸਕਦੇ ਹੈਗੇ ਆ। ਬਾਕੀ ਆਹ ਕੁਐਸਚਨ ਆਲਰੇਡੀ ਡਿਸਕਸ ਹੈਗੇ ਆ। ਇਹ ਵਾਲਾ ਕੁਐਸਚਨ ਅਸੀਂ ਕੱਲ੍ਹ ਕੀਤਾ ਸੀਗਾ। ਠੀਕ ਆ, V ਇਕੁਅਲ ਟੂ W/Q। ਸਾਨੂੰ ਪੋਟੈਂਸ਼ੀਅਲ ਦਿੱਤਾ ਸੀ 6 ਵੋਲਟ, ਚਾਰਜ ਕਿੰਨਾ 1 ਕੂਲਮ। ਇਹਨਾਂ ਦੀ ਮਲਟੀਪਲਾਈ ਕਰਾਂਗੇ ਤਾਂ ਵਰਕ ਡਨ ਕਿੰਨਾ ਆ ਜਾਊਗਾ 6 ਜੂਲ ਆ ਜਾਏਗਾ। ਦਿਸ ਆਲਰੇਡੀ ਵੀ ਹੈਵ ਡਨ, ਇਹ ਵੀ ਹੋ ਚੁੱਕਿਆ। ਠੀਕ ਹੈ, ਦੈਨ ਕਮ ਟੂ ਦੀ पेज नंबर सेकंड। पेज नंबर सेकंड इज हेयर अवेलेबल। ठीक है, जो क्वेश्चन नहीं असी डिस्कस कर सके सी उहिओ कर रहे हैगे आ। जे पोटेंशियल नू हाफ कर, पहला क्वेश्चन है V इक्वल टू IR। ठीक है, जे V नू हाफ कर दिता जाए तो करंट भी क्या हो जाएगा, हाफ हो जाएगा, रिड्यूस बाय हाफ। तो ये आंसर आएगा क्वेश्चन का। जे V नू हाफ कर दिता जाए तो I भी हाफ हो जाएगा। उस तो बाद है एक क्वेश्चन होर डाउट सीगा मरकरी ते आयरन। आयरन दी जड़ी है 10 हैगी है रजिस्टिविटी और यदी कितनी है 94। यदि रजिस्टिविटी ज़्यादा तो कंडक्टिविटी क्या होएगी, घट होएगी। नाउ दिस इज़ क्लीयर कि आयरन की कंडक्टिविटी की है ज़्यादा। सेम सिल्वर की जो रजिस्टिविटी घट है तो इसकी कंडक्टिविटी क्या होएगी, ज़्यादा होएगी। तो सिल्वर इज़ गुड कंडक्टर ऑफ इलैक्ट्रिसिटी। दिस क्वेश्चन इज़ आल्सो नाउ क्लीयर। ठीक है, और देखते हैं लिखा होया कि मरकरी की रजिस्टिविटी ज़्यादा है तो यदि रजिस्टिविटी ज़्यादा तो मरकरी की कंडक्टिविटी की होएगी, घट होएगी। ठीक है, एक्सप्लेन हो गया। उस तो बाद तुहाडा एक्सरसाइज का क्वेश्चन सी फ्लो डायग्राम बनाओ 5 एम्पीयर 5 ओम 8 ओम तो 12 ओम। ठीक है, इत्थे एक सैल की वोल्टेज दिती सी 3 लगे है तो 6 वोल्ट हो जाएगा। ये सर्किट डायग्राम ड्रॉ करनी सी। ਇਹਦੇ ਨਾਲ ਹੀ ਸੈਕਿੰਡ ਕੁਐਸਚਨ ਸੀਗਾ ਰੀਡਰੋ ਦਿਸ ਡਾਇਗਰਾਮ। ਅਤੇ ਇਸ ਦੇ ਅਕਰੋਸ ਜੋ 12 ਓਮ ਦਾ ਹੈਗਾ, ਇੱਥੇ ਤੁਸੀਂ ਵੋਲਟੇਜ ਕੈਲਕੂਲੇਟ ਕਰੋ। ਠੀਕ ਹੈ, ਇਸ ਦਾ ਸੈਕਿੰਡ ਪਾਰਟ ਸੀਗਾ। ਤਾਂ ਟੋਟਲ ਤਿੰਨੋਂ ਰਜਿਸਟੈਂਸ ਕਿਆ ਲੱਗਿਆ ਸੀਰੀਜ਼ 'ਚ 13 ਅਤੇ 12, ਟੋਟਲ ਕਿੰਨਾ ਆ ਗਿਆ 25 ਓਮ ਆ ਗਿਆ। ਠੀਕ ਹੈ, ਤੇ V ਕਿੰਨੀ ਦਿੱਤੀ ਹੋਈ ਹੈ 6 ਵੋਲਟ। I ਕੱਢ ਸਕਦੇ ਹੋ ਕਿੰਨਾ ਕਰੰਟ ਫਲੋ ਕਰ ਰਿਹਾ V/R ਕਰਕੇ। ਠੀਕ, 25/6। ਤਾਂ ਇਹ ਕਿੰਨਾ ਆਨਸਰ ਆ ਜਾਏਗਾ, I ਕੀ ਆ ਗਿਆ V ਇਕੁਅਲ ਟੂ IR। ਤਾਂ I ਕੀ ਆ ਜਾਏਗਾ V/R। V वोल्टेज 6 वोल्ट है, R सीरीज च 25 है तो करंट कितना आ गया 0.24 एम्पीयर। ਹੁਣ ਉਹਨਾਂ ਨੇ ਕੀ ਕਿਹਾ ਹੈਗਾ ਕਿ ਇਸ ਦੇ ਅਕਰੋਸ ਤੁਸੀਂ ਵੋਲਟੇਜ ਤਾਂ ਕਰੰਟ ਜੋ ਅਸੀਂ ਕੈਲਕੂਲੇਟ ਕੀਤਾ ਕਿੰਨਾ ਆਇਆ ਸੀਗਾ 6.25। ਠੀਕ ਹੈ, ਜੋ ਵੀ ਅਸੀਂ ਹੁਣੀ ਕੱਢ ਕੇ ਹਟੇ ਹਾਂ ਉਹ।
ਤੇ ਆ ਆਰ ਹੈ ਤਾਂ ਵੋਲਟੇਜ ਇਹਦੇ ਅਕਰੋਸ ਕਿੰਨੀ ਆ ਜਾਏਗੀ ਆਈ ਆਰ। ਇੱਥੇ 12 ਪੁੱਟ ਕਰੋ ਔਰ ਕਰੰਟ ਕਿੰਨਾ ਨਿਕਾਲਿਆ ਸੀ ਹੁਣੀ ਪੁਆਇੰਟ ਵੀ ਇਕਲ ਟੂ ਆਈ ਆਰ, ਇਹਦੀ ਵੈਲਿਊ 0.24 ਪੁੱਟ ਕਰਾਂਗੇ ਇਨਟੂ 12। ਠੀਕ ਹੈ, ਇਹਨੂੰ ਕੈਲਕੂਲੇਟ ਕਰੋ ਤਾਂ 2.88 ਵੋਲਟ ਤੁਹਾਡਾ ਆਨਸਰ ਆ ਗਿਆ। ਠੀਕ ਹੈ, ਪਹਿਲਾਂ ਬੇਟਾ ਕਿਵੇਂ ਕਰਨਾ ਹੈ, ਸੀਰੀਜ਼ 'ਚ ਟੋਟਲ R1 R2 R3 ਦਾ ਸਮ ਲਾ ਲੈਣਾ ਵੀ ਇਕਲ ਟੂ ਆਈ ਆਰ। ਠੀਕ ਹੈ, ਤਾਂ ਇੱਥੋਂ ਆਈ ਕੱਢ ਲੈਣਾ, ਆਈ ਨੂੰ ਫਿਰ ਪੁੱਟ ਕਰਨਾ ਹੈਗਾ ਵੀ ਇਕਲ ਟੂ ਆਈ ਆਰ। ਤਾਂ ਜੋ ਆਈ ਅਸੀਂ ਨਿਕਾਲੀ ਸੀ ਤੇ 12 ਓਮ ਦੇ ਰਜਿਸਟੈਂਸ ਦੇ ਅਲੋਂਗ ਤੇ 20 ਕੱਢ ਲੈਣੀ ਹੈਗੀ ਆ। ਤਾਂ ਇੱਦਾਂ ਕਰਕੇ ਤੁਸੀਂ ਇਹ ਨੂਮੈਰੀਕਲ ਕਰਨਾ ਹੈ। ਦਿਸ ਵਾਜ਼ ਆਲਸੋ ਪੈਂਡਿੰਗ। ਠੀਕ ਹੈ, ਯੂ ਕੈਨ ਸੀ ਫਰੋਮ ਦੀਸ। ਹੋਰ ਕਿਹੜੇ ਨੂਮੈਰੀਕਲ ਸਾਡੇ ਥੋੜ੍ਹੀ ਪ੍ਰੋਬਲਮ ਸੀ, ਇਹ ਵਾਲਾ ਜਿਵੇਂ ਇਹਨਾਂ ਨੂੰ ਪੈਰਲਲ 'ਚ ਲਗਾਇਆ ਤਾਂ ਪੈਰਲਲ 'ਚ 1/10⁻⁻6 ਓਮ। ਠੀਕ ਹੈ, ਤਾਂ ਨੈਚੁਰਲੀ ਜੋ ਆਨਸਰ ਹੈ ਉਹ 1 ਓਮ ਤੋਂ ਲੈਸ ਆਉਣਾ ਚਾਹੀਦਾ। ਠੀਕ ਹੈ, ਜੋ ਤੁਹਾਡਾ ਆਨਸਰ ਆਏਗਾ ਲੈਸ ਦੈਨ 1 ਓਮ ਤੋਂ ਆਏਗਾ ਦੋਨੋਂ ਕੇਸਿਸ 'ਚ। ਠੀਕ ਹੈ, ਦਿਸ 15th ਨੰਬਰ ਜੋ ਹੈਗਾ ਤਾਂ ਸਿੰਪਲ ਨੂਮੈਰੀਕਲ ਇਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ। ਦਿਸ ਇਜ਼ ਨੋਟ ਇਨ ਦੀ book. If available then we can do it again. ਠੀਕ ਹੈ, ਇਹ ਵੀ ਤੁਹਾਡਾ ਹੋ ਗਿਆ ਸੀਗਾ ਕਿ ਦੋ ਜਿਹੜੇ ਹੈਗੇ ਆ 3 ਅਤੇ 3 ਓਮ ਅਤੇ 6 ਓਮ ਵਾਲੇ ਨੂੰ ਅਸੀਂ ਇੱਦਾਂ ਲਗਾਵਾਂਗੇ ਅਤੇ 2 ਓਮ ਵਾਲੇ ਨੂੰ ਸੀਰੀਜ਼ 'ਚ ਲਾਵਾਂਗੇ ਟੂ ਗੈਟ ਦੀ ਆਨਸਰ। ਇਹ ਬਿਲਕੁਲ ਸਹੀ ਅਸੀਂ ਪਹਿਲਾਂ ਵੀਡੀਓ 'ਚ ਡਿਸਕਸ ਕੀਤਾ ਹੈਗਾ ਆਲਰੇਡੀ, ਵੀ ਹੈਵ ਡਿਸਕਸ ਇਟ। ਠੀਕ ਹੈ, ਦੈਨ ਕਮ ਟੂ ਦੀ ਸ਼ੀਟ ਨੰਬਰ ਦਿਸ। ਇਸ 'ਚ ਸੇਮ ਹੈਗਾ ਹਾਈਐਸਟ ਇਹ ਕਰ ਚੁੱਕੇ। ਹਾਈਐਸਟ ਤਾਂ ਸੀਰੀਜ਼ 'ਚ ਲਾਵਾਂਗੇ, ਲੋਐਸਟ ਓਬਟੇਨ ਕਰਨਾ ਤਾਂ ਤੁਸੀਂ ਪੈਰਲਲ 'ਚ ਲਗਾਓਗੇ। ਇੱਕ ਇਹ ਵਾਲਾ ਨੂਮੈਰੀਕਲ ਤੁਹਾਡਾ ਥੋੜ੍ਹਾ ਰਹਿੰਦਾ ਸੀ ਡਿਸਕਸ ਕਰਨਾ, ਕਿਆ ਹੈਗਾ ਕਿਊ ਦਿੱਤਾ T 1 ਆਰ ਮੀਨ 60 ਮਿੰਟ 60 ਸਕਿੰਟ। ਠੀਕ ਹੈ, 3600 ਸਕਿੰਟ ਬਣ ਜਾਣਗੇ ਤੁਹਾਡੇ। ਤਾਂ ਕਿਊ ਬਾਏ ਇਹ ਕਰਕੇ ਕਿਊ ਬਾਏ ਟੀ ਕਰ ਲਓ, ਕਰੰਟ ਕੱਢ ਲਾਂਗੇ ਇੰਨੇ ਕੂਲਮ ਡਿਵਾਈਡ ਬਾਏ 3600। ਇਹਨੂੰ ਕੱਟ ਲਿਓ, ਕੱਟ ਕੇ ਕਿੰਨਾ ਆਨਸਰ ਆ ਜਾਏਗਾ, ਆਈ ਦੀ ਵੈਲਿਊ ਕਿੰਨੀ ਆ ਗਈ 80/3। ਫਿਰ ਹੈਗਾ ਐਚ ਕੱਢਣਾ VIT, ਵੀ ਦੀ ਵੈਲਿਊ 50 ਵੋਲਟ ਹੈ 80/3। ਫਿਰ ਉਹੀ 1 ਘੰਟੇ ਲਈ 3600 ਲਗਾਵਾਂਗੇ ਤਾਂ ਹੀਟ ਦਾ ਆਨਸਰ ਆ ਜਾਊਗਾ ਜੂਲ 'ਚ। ਕੈਲਕੂਲੇਸ਼ਨਸ ਯੂ ਕੈਨ ਡੂ। ਠੀਕ ਹੈ, ਇੱਕ ਇਲੈਕਟ੍ਰੀਕਲ ਆਇਰਨ ਹੈਗੀ ਹੈ ਜਿਹਦੀ ਰਜਿਸਟੈਂਸ ਇੰਨੀ ਹੈ ਐਂਪੀਅਰ, ਇੰਨਾ ਕਰੰਟ ਅਤੇ ਇੰਨੇ ਸਕਿੰਟ ਲਈ। ਇਹ ਅਸੀਂ ਆਲਰੇਡੀ VIT ਤਾਂ ਵੀ ਹੈਵ ਟੂ ਰਿਕੁਆਇਰ V ਕੱਢਣੀ ਹੈਗੀ ਹੈ ਪਹਿਲਾਂ। ਤਾਂ V ਕੱਢ ਲਓ, V ਦੀ ਜਗ੍ਹਾ IR ਲਗਾ ਲਓ IT। ਇਹ ਜ਼ਿਆਦਾ ਬੈਟਰ ਰਹੂਗਾ, ਤੁਹਾਨੂੰ ਕੁਝ ਕੱਢਣਾ ਨਹੀਂ ਪਊਗਾ। ਠੀਕ ਹੈ, I² RT ਲਗਾ ਕੇ ਇਹ ਵਾਲਾ ਕੁਐਸਚਨ ਕਰ ਸਕਦੇ ਹੈਗੇ ਆ। ਔਰ ਇੱਕ ਆਈ ਦਿੱਤਾ ਇਲੈਕਟ੍ਰੀਕਲ ਮੋਟਰ ਇੰਨੇ ਲਈ ਚੱਲਦੀ ਹੈ V, ਤਾਂ ਇਹਨਾਂ ਦੋਨਾਂ ਨੂੰ ਲਗਾਓ, ਇਹ ਆ ਜਾਏਗਾ ਪਾਵਰ ਆ ਜਾਏਗੀ। ਪਾਵਰ ਦੀ ਟਾਈਮ ਨਾਲ ਗੁਣਾ ਕਰਾਂਗੇ ਤਾਂ ਐਨਰਜੀ ਕੰਜ਼ਿਊਮਡ ਆ ਜਾਏਗੀ। ਬਸ ਇੰਨਾ ਹੀ ਹੈ ਸਵਾਲ, ਵੀ ਵਿਲ ਡੂ ਹੇਅਰ। ਠੀਕ ਹੈ, ਕਿਆ ਸੀਗਾ ਸਾਡਾ ਐਕਸਪਲੇਨ ਇਹਨਾਂ ਨੇ ਕੀਤਾ ਹੋਇਆ ਅੱਛੀ ਤਰ੍ਹਾਂ। V ਦਿੱਤਾ I ਦਿੱਤਾ ਤਾਂ P ਕੱਢ ਲਈ ਅਸੀਂ, V ਅਤੇ I ਦੀ ਵੈਲਿਊ ਪੁੱਟ ਕਰਕੇ 220 ਵੋਲਟ ਇੰਟੂ 5 ਤਾਂ ਇਹ ਕਿੰਨਾ ਆ ਗਿਆ 1100 ਵਾਟ। ਫਿਰ ਇਹਦੀ ਐਨਰਜੀ ਕੱਢਣੀ ਹੈਗੀ ਹੈ P ਇੰਟੂ T। 1100 ਨੂੰ ਤੁਸੀਂ ਟਾਈਮ 2 ਘੰਟੇ ਦਿੱਤਾ ਸੀ ਅਤੇ 3600 ਸਕਿੰਟ
ये कर लोगे गुना, ठीक है। आंसर कितना आ जाऊगा जूल च, क्योंकि फार्मूला क्या होंगे, पावर एनर्जी बटा समा, ठीक है। पावर असी कढ़ ली VI करके, तो T दी गुणा वो फार्मूला हो गया H=VIT, ठीक है। सिंपल आ क्वेश्चन सीगे थोड़े 5 इक्वलेंट पार्ट्स च कट दिता जाए तो उन्होंने एक आर है इक्वल पार्ट्स च, तो उन्होंने कितना रजिस्टेंस हो जाएगा हर पार्ट का R/5, ठीक है। हर दा R/5, फिर असी उन्होंने पैरलल लगाया RP, इत्थे R/5 भरांगे ऊपर चला जाएगा इदा करके, ठीक है। 5 बारी लिख लियो। एलसीएम कितना आ गया R25, तो ये कितना आ जाएगा थोड़ा आंसर 1/RP, तो कितना आ जाएगा 25 टाइम्स, ठीक है। आ भी क्वेश्चन साडा हो गया सीगा सही। इस चो केड़ा आंसर नहीं बनता, इतों केड़ा आंसर नहीं बनेगा ये वाला। उस तो बाद हैगा V ते P दिती है, I कढ़नी है। इलैक्ट्रिकल बल्ब इन्ने वाट दी पावर कंज्यूम्ड बाय 125, आंसर की आएगा P=VI लगाइए 100/20, ठीक है। आई दी वैल्यू आ गई। हुण दोबारा देखो अगले च आई कितना आ गया सीगा 10/22 मीनस 5/11, ये आई दी वैल्यू आ गई। दैन पावर कढ़नी हैगी है VI, तो ये है 110 × 5/11, तो ये 50 आंसर आना चाहिए वैसे भी, ठीक है। P डायरैक्टली प्रोपोर्शनल टू V है, जे नू अद्धा करता तो ये भी अद्धी होनी चाहिए। हाँ दी आंसर इज 25। टू कंडक्टिव वायर ऑफ द मटीरियल, सेम मटीरियल, इक्वल लेंथ, इक्वल डायमीटर इन सीरीज एंड पैरेलल, दिस आई विल सी अगेन। उस तो बाद एक क्वेश्चन सीगा तुहाडा कि डायमीटर कितना दिता है 0.5 मिलीमीटर। जो इनू मीटर च चेंज करना है 10⁻³ है ना, 2 3, तो ये कितना बन जाएगा 0.5 है बाय पॉइंट हटाया तो ये 0 आ गई 1, तो 0.00, अच्छा ये हो गया एक तो 0.5 पॉइंट हटाया 10, 1000 वैसे लग जाएगा, तो ये 4 डिजिट्स के बाद पॉइंट लगाया इन्ने मीटर बन गए, ठीक है। R दी वैल्यू दी है तो एरिया तुसी कढ़ सकते हो πD/2 दा स्केयर। ये पुट किती असी एरिया दी वैल्यू तो लेंथ कढ़ ली, ठीक है। रजिस्टेंस दी हुई है तो 10 ओम, तो लेंथ कढ़ ली इदा 122.6 मीटर आ जाएगी। क्या किया R=ρL/A, एरिया कढ़ लिया, रजिस्टिविटी दी हुई है, रजिस्टेंस दी हुई है, तो L तुसी पुट करके कढ़ सकते हो, ठीक है। L कढ़न तो बाद नैक्सट स्टैप क्या है, इफ द डायमीटर इज डबल्ड, हुण 0.5 सीगा पहला, तो डायमीटर नू डबल करता 1 बन गया 1 मिलीमीटर, उन्होंने 1000 ते डिवाइड करो तो कितना आ जाएगा 0.001, एक ही आया डायमीटर, इहदा हाफ क्या आ जाएगा रेडियस, इहदा स्केयर करांगे नाल पाई दी वैल्यू लगावांगे तो की बन जाएगा एरिया πr², ठीक है। डायमीटर का हाफ तो स्केयर किया तो एरिया पहला कढ़ लो,
ਤੇ ਨਵੀਂ ਰਜਿਸਟੈਂਸ ਕੱਢਣੀ ਹੈ ਹੁਣ ਜਦੋਂ ਉਹਦਾ ਡਾਇਆਮੀਟਰ ਡਬਲ ਕੀਤਾ ਜਾਂਦਾ। ਲੈਂਥ ਅਸੀਂ ਕੱਢੀ ਸੀ, ਦੇਖੋ ਕਿਆ ਹੈ, ਆਰ ਕੱਢਣਾ ਹੈਗਾ, ਰੋ ਫਿਕਸ ਹੈ, ਐਲ ਅਸੀਂ ਪਿੱਛੇ ਕੱਢ ਕੇ ਹਟੇ ਆ, ਏਰੀਆ ਹੁਣੇ ਕੱਢ ਲਿਆ, ਐਲ ਕਿੰਨੀ ਕੱਢੀ ਸੀ 122.6, ਏਰੀਆ ਪਾਈ ਆਰ ਸਕੇਅਰ। ਆਰ ਜਦੋਂ ਉਹਨੂੰ 0.001 ਡਬਲ ਕਰ ਦਿੱਤਾ ਜਾਂਦਾ, ਇਹ ਵਾਲਾ ਪੁੱਟ ਕਰਾਂਗੇ। ਰਜਿਸਟਿਵਿਟੀ ਦੀ ਵੈਲਿਊ ਦਿੱਤੀ ਵੀ ਹੈ ਅਤੇ ਰਜਿਸਟੈਂਸ ਤੁਸੀਂ ਕੱਢ ਲਓਗੇ ਓਮਸ 'ਚ, ਆਨਸਰ ਆ ਜਾਏਗਾ। ਠੀਕ ਬੇਟਾ, ਉਸ ਤੋਂ ਬਾਅਦ ਹੈਗਾ ਸਾਡਾ ਗ੍ਰਾਫ ਪਲੋਟ ਕਰਨਾ ਸੀਗਾ, ਇਹ ਵੀ ਤੁਹਾਡੇ ਸਿਲੇਬਸ 'ਚ ਹੈ ਇਹ ਵਾਲਾ ਕੁਐਸਚਨ। ਤਾਂ ਅਸੀਂ ਕਿਵੇਂ ਕੀਤਾ ਹੈਗਾ, ਦੇਖੋ ਇੱਥੋਂ ਫਾਈਨਲ ਵੋਲਟੇਜ ਅਤੇ ਇਨੀਸ਼ੀਅਲ ਵੋਲਟੇਜ ਦਾ ਫਰਕ। ਠੀਕ ਹੈ, ਫਾਰਮੂਲਾ ਕਿਆ ਹੈ, V = IR, ਤਾਂ ਆਰ ਕੱਢਣੀ ਹੈ V/I। ਇਹ ਕੀ ਆ ਜਾਏਗਾ, ਫਾਈਨਲ ਅਤੇ V/I, I ਦਾ ਡਿਫਰੈਂਸ। ਠੀਕ ਹੈ, ਇਹ 13.2 - 1.6 ਅਤੇ ਇੱਧਰ ਕਿੰਨਾ ਆ ਜਾਊਗਾ 4 ਪੁਆਇੰਟ ਇੰਨਾ। ਇਹਨੂੰ ਡਿਵਾਈਡ ਕਰੋਗੇ, ਸੋਲਵ ਕਰੋਗੇ ਤਾਂ ਰਜਿਸਟੈਂਸ ਨਿਕਲ ਆਏਗੀ ਇਸ ਗ੍ਰਾਫ ਤੋਂ ਤੁਹਾਡੀ ਕਿੰਨੀ ਆ ਗਈ 3.31 ਰਜਿਸਟੈਂਸ ਆ ਗਈ। ਠੀਕ ਆ, ਅਗਲਾ ਕੁਐਸਚਨ ਹੈ ਇੱਥੇ ਸਿਰਫ 2.5 ਮਿਲੀ ਐਂਪੀਅਰ ਨੂੰ 10⁻3, ਠੀਕ ਹੈ, ਉੱਪਰ ਜਾ ਕੇ ਹੋ ਜਾਣਗੇ। ਮਿਲੀ ਐਂਪੀਅਰ ਨੂੰ ਐਂਪੀਅਰ 'ਚ ਚੇਂਜ ਕਰਨਾ ਹੈਗਾ, 2.5 10⁻³ ਐਂਪੀਅਰ ਆਈ ਆ ਜਾਏਗਾ। ਵੀ ਕਿੰਨੀ ਦਿੱਤੀ ਹੈ 12 ਵੋਲਟ। ਫਾਈਂਡ ਦੀ ਵੈਲਿਊ ਆਫ ਰਜਿਸਟੈਂਸ, V = IR ਲਗਾ ਕੇ ਤੁਸੀਂ ਜੋ ਕੱਢਣਾ ਕਿਆ ਕੱਢਣਾ ਹੈਗਾ, ਆਰ ਕੱਢ ਸਕਦੇ ਹੋ। ਠੀਕ ਹੈ, ਅਗਰ ਨਹੀਂ ਸਮਝ ਆ ਰਹੀ ਤਾਂ ਇਹਨੂੰ 1-2 ਵਾਰੀ ਹੋਰ ਦੇਖੋ ਤਾਂ ਤੁਹਾਨੂੰ ਬਿਲਕੁਲ ਕਲੀਅਰਲੀ ਇਹ ਸਮਝ ਆ ਜਾਣਗੇ। ਆਈ ਵਿਲ ਸੈਂਡ ਯੂ ਦੀ ਲਿੰਕ ਆਲਸੋ ਫਰੋਮ ਵੇਅਰ ਵੀ ਆਰ ਡੂਇੰਗ। ਠੀਕ ਆ, ਅਗਲਾ ਹੈਗਾ 9 ਵੋਲਟ ਅਤੇ ਸੀਰੀਜ਼ 'ਚ ਲੱਗੇ ਹੋਏ ਆ, ਇਹਨਾਂ ਸੀਰੀਜ਼ 'ਚ ਲੱਗੇ ਹੋਏ ਆ, ਇਹਨਾਂ ਨੂੰ ਸਾਰਿਆਂ ਨੂੰ ਜੋੜ ਕਰ ਲਓਗੇ ਤਾਂ ਟੋਟਲ ਆਰ ਆ ਜਾਏਗੀ। ਠੀਕ, ਵੀ ਦਿੱਤੀ ਹੋਈ ਹੈ, ਆਈ ਕੱਢ ਲਓਗੇ ਐਂਪੀਅਰ 'ਚ, ਆਨਸਰ ਆ ਜਾਏਗਾ। ਇਸੇ ਤਰ੍ਹਾਂ ਇੱਕ ਆ ਕੁਐਸਚਨ ਹੈਗਾ, ਦੇਖੋ ਇੱਥੇ ਆਈ ਅਤੇ ਵੀ ਦਿੱਤਾ। ਠੀਕ ਹੈ, ਇਹ ਤੋਂ ਆਰ ਨਿਕਲੇਗੀ V/I ਕਰਕੇ। ਠੀਕ ਹੈ, 220 ਵੋਲਟ/5 ਐਂਪੀਅਰ। ਔਰ ਰਜਿਸਟੈਂਸ ਉਹਨਾਂ ਨੇ ਕਿਹਾ ਕਿੰਨੇ ਰਜਿਸਟੈਂਸ ਲਾਵਾਂਗੇ ਕਿ ਟੋਟਲ ਸਾਡਾ ਇੰਨਾ ਬਣੇ, ਤਾਂ 1/RP ਜੋ ਹੈ ਕਿੰਨੇ ਨੰਬਰ ਆਫ ਰਜਿਸਟੈਂਸ ਲਾਵਾਂਗੇ ਕਿ ਉਹਨਾਂ ਦਾ 176 ਸਾਰਿਆਂ ਦਾ ਸਮ ਹੋਵੇ। ਤਾਂ ਇਹ ਆਰ ਪੈਰਲਲ 'ਚ ਕਿੰਨਾ ਆ ਗਿਆ 176/X, ਔਰ ਆਰ ਵੈਸੇ ਵੀ ਕਿੰਨਾ V/I। ਠੀਕ ਹੈ, ਇਹਨੂੰ ਲਗਾਓ 176/X = ਵੀ ਕਿੰਨੀ ਸੀਗੀ ਸਾਡੀ 220 ਵੋਲਟ/5, ਕ੍ਰੋਸ ਮਲਟੀਪਲਾਈ ਕਰੋ ਤਾਂ X ਦੀ ਵੈਲਿਊ ਕਿੰਨੀ ਆ ਜਾਏਗੀ 176 × 5/220। ਇਹਨੂੰ ਜਦੋਂ ਸੋਲਵ ਕਰਾਂਗੇ ਤਾਂ 4 ਰਜਿਸਟੈਂਸ ਸਾਡੇ ਲੱਗਣਗੇ। ਸੀ ਦਿਸ ਨੂਮੈਰੀਕਲ ਕੇਅਰਫੁਲੀ। ਠੀਕ ਹੈ, ਤਾਂ ਇਹ ਹਾਊ ਵੀ ਹੈਵ ਟੂ ਡੂ ਦਿਸ, ਤਾਂ ਇਹ ਦਿੱਤਾ ਹੈਗਾ। ਅਗਲਾ ਹੈਗਾ 6 ਓਮ ਦੇ 3 ਰਜਿਸਟੈਂਸ ਹੈ ਕਿ ਆਨਸਰ ਇੰਨਾ ਬਣ ਜੇ। ਠੀਕ ਹੈ, ਉਹਨਾਂ ਨੂੰ ਕਿਵੇਂ ਕੰਬੀਨੇਸ਼ਨ ਲਗਾਵਾਂਗੇ, ਇੱਦਾਂ ਦਾ ਪਹਿਲਾਂ ਵੀ ਕੀਤਾ ਹੈਗਾ। ਜੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਸੀਰੀਜ਼ 'ਚ ਲਗਾਉਂਦੇ ਹਾਂ, ਠੀਕ ਹੈ, 6 ਓਮ 6 ਤਾਂ ਟੋਟਲ ਆਨਸਰ ਕਿੰਨਾ ਬਣ ਗਿਆ 18। ਸਾਨੂੰ 18 ਨਹੀਂ ਚਾਹੀਦਾ। ਜੇ ਅਸੀਂ 2 ਨੂੰ ਸੀਰੀਜ਼ 'ਚ ਲਗਾਇਆ ਅਤੇ 2 ਨੂੰ ਪੈਰਲਲ ਲਗਾਇਆ ਅਤੇ 1 ਨੂੰ ਕਿਆ ਲਗਾਇਆ ਸੀਰੀਜ਼ 'ਚ ਲਗਾਇਆ, ਇੱਦਾਂ ਦਾ ਕੰਬੀਨੇਸ਼ਨ ਬਣਾਉਂਦੇ ਹਾਂ। ਤਾਂ ਕੈਲਕੂਲੇਸ਼ਨਸ ਕਰਕੇ ਦੇਖੋ 1 ਇਹਦਾ ਐਲਸੀਐਮ ਕਿੰਨਾ ਆ ਗਿਆ 6, 1 + 1 2/6। ਇਹਦਾ ਰਿਵਰਸ ਕਰ ਲਓ, RP ਕਿੰਨਾ ਆ ਗਿਆ ਪੈਰਲਲ 'ਚ 6/2 3। ਠੀਕ ਹੈ, ਇੱਕ ਰਜਿਸਟੈਂਸ ਸਾਡਾ ਇਹਦੇ ਨਾਲ ਸੀਰੀਜ਼ 'ਚ ਲੱਗਿਆ ਵਾ ਸੀ
ਤਾਂ ਟੋਟਲ ਆਨਸਰ ਕਿੰਨਾ ਆ ਗਿਆ 9। ਦੈਟ ਮੀਨਸ ਅਸੀਂ 2 ਨੂੰ ਕਿਆ ਲਗਾਵਾਂਗੇ ਪੈਰਲਲ 'ਚ ਅਤੇ 1 ਨੂੰ ਕੀ ਲਾਵਾਂਗੇ ਸੀਰੀਜ਼ 'ਚ, ਤਾਂ ਸਾਡਾ ਆਨਸਰ ਕੀ ਹੈ ਸਹੀ ਆ ਰਿਹਾ ਹੈਗਾ। ਠੀਕ ਹੈ, ਅਗਲਾ ਕੇਸ ਹੈਗਾ, ਅਸੀਂ ਆਨਸਰ ਕਿੰਨਾ ਬਣਾਉਣਾ ਹੈਗਾ 4 ਓਮ, ਟੋਟਲ 4 ਓਮ ਸਾਨੂੰ ਰਜਿਸਟੈਂਸ ਚਾਹੀਦੀ ਹੈਗੀ ਹੈ। ਤਾਂ ਅਸੀਂ ਕੀ ਕੀਤਾ 2 ਨੂੰ ਸੀਰੀਜ਼ 'ਚ ਲਾ ਲਓ। ਠੀਕ ਹੈ, 6 ਵੋਲਟ 6 ਵੋਲਟ, 1 ਨੂੰ ਇਹਦੇ ਪੈਰਲਲ ਲਗਾ ਕੇ ਦੇਖੋ, ਇਹਨਾਂ ਦੋਨਾਂ ਦਾ ਸਮ ਕਿੰਨਾ ਆ ਗਿਆ 12। ਠੀਕ ਹੈ, ਹੁਣ ਇਹ ਪੈਰਲਲ ਹੈ ਤਾਂ ਇਹਦਾ ਕਰਕੇ ਦੇਖੋ 1/12 + 1/6, ਐਲਸੀਅਮ ਕਿੰਨਾ ਆਇਆ 12, 1 + 2 3/12, ਇਹਨੂੰ ਇਨਵਰਸ ਕਰਾਂਗੇ ਤਾਂ RP ਕਿੰਨਾ ਆ ਜਾਏਗਾ 4 ਓਮ ਆ ਜਾਏਗਾ। ਠੀਕ ਹੈ, ਇੱਦਾਂ ਕਰਕੇ ਅਸੀਂ ਆਨਸਰ ਡਿਜ਼ਾਇਰੇਬਲ ਆਨਸਰ ਵਟ ਏਵਰ ਰਿਕੁਆਇਰਡ ਵੀ ਕੈਨ ਗੈਟ। ਇੰਨੀ ਸੀਗਾ ਤੁਹਾਡੀ ਐਕਸਰਸਾਈਜ਼ 'ਚ ਵਟ ਏਵਰ ਇਨ ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੀ ਆਰ ਡੂਇੰਗ ਓਨਲੀ that। ਠੀਕ ਹੈ, you can see more from I will send you link also। ਤਾਂ ਇੱਦਾਂ ਤੁਸੀਂ ਬਹੁਤ ਸਾਰੇ ਕੁਐਸਚਨਸ ਹੈਗੇ ਆ, ਜਿੰਨੇ ਵੱਧ ਕਰੋਗੇ ਉਨੀ ਪ੍ਰੈਕਟਿਸ ਜ਼ਿਆਦਾ ਹੋਏਗੀ। ਠੀਕ ਹੈ, you can also download this app from Play Store। ਜਿਸ ਤਰ੍ਹਾਂ ਕੁਐਸਚਨ ਹੈਗਾ ਵਾਈ ਟੰਗਸਟਨ ਇਜ਼ ਯੂਜ਼ਡ, ਕਿਉਂਕਿ ਇਹਦਾ ਮੈਲਟਿੰਗ ਪੁਆਇੰਟ ਹਾਈ ਹੁੰਦਾ ਟੰਗਸਟਨ ਦਾ। ਠੀਕ ਹੈ, ਵਾਈ ਦੀ ਕੰਡਕਟਰ ਆਫ ਦੀ ਇਲੈਕਟ੍ਰੀਕਲ ਹੀਟਿੰਗ ਡਿਵਾਈਸਿਸ ਸੱਚ ਐਸ ਟੋਸਟਰ, ਉਹ ਅਲਾਈਜ਼ ਦੇ ਕਿਉਂ ਬਣਾਏ ਜਾਂਦੇ ਆ ਮਿਸ਼ਰਿਤ ਧਾਤਾਂ ਦੇ ਟੋਸਟਰ ਵਗੈਰਾ ਦੀ ਕੋਇਲ ਜਾਂ ਫਿਲਾਮੈਂਟ, ਕਿਉਂਕਿ ਇਹਨਾਂ ਦਾ ਅਲਾਈਜ਼ ਜਿਹੜੀਆਂ ਹੈਗੀਆਂ ਇਹਨਾਂ ਦੀ ਰਜਿਸਟਿਵਿਟੀ ਆਫ ਅਲਾਈਜ਼ ਮੋਰ ਦੈਨ ਪਿਓਰ ਮੈਟਲ। ਠੀਕ ਹੈ, ਤਾਂ ਇਹ ਜ਼ਿਆਦਾ ਇਹਨਾਂ ਦੀ ਰਜਿਸਟਿਵਿਟੀ ਜ਼ਿਆਦਾ ਹੋਏਗੀ, ਕੰਡਕਟਿਵਿਟੀ ਘੱਟ ਹੋਏਗੀ, ਤਾਂ ਇਹ ਹੀਟ ਜ਼ਿਆਦਾ ਪ੍ਰੋਡਿਊਸ ਕਰਨਗੀਆਂ। ਠੀਕ ਹੈ, ਅਗਲਾ ਕੁਐਸਚਨ ਹੈਗਾ ਘਰਾਂ 'ਚ ਸੀਰੀਜ਼ ਅਰੇਂਜਮੈਂਟ ਕਿਉਂ ਨਹੀਂ ਯੂਜ਼ ਕਰਦੇ, ਅਗਰ ਸੀਰੀਜ਼ 'ਚ ਲੱਗੇ ਹੋਣਗੇ ਤਾਂ ਸੇਮ ਕਰੰਟ ਜਾਊਗਾ ਜਿਹਦੇ ਨਾਲ ਸਾਰੇ ਅਪਲਾਈੰਸਿਸ। ਠੀਕ ਹੈ, ਤਾਂ ਵੋਲਟੇਜ ਡਿਵਾਈਡ ਹੋਊਗੀ ਸੀਰੀਜ਼ 'ਚ। ਇਹ ਦੇਖੋ ਅਗਰ ਸੀਰੀਜ਼ 'ਚ ਲੱਗਿਆ ਤਾਂ ਕਰੰਟ ਕੀ ਹੈ ਸੇਮ ਜਾਏਗਾ, ਵੋਲਟੇਜ ਇੱਥੇ V1 ਫਸਟ ਅਪਲਾਈੰਸਿਸ ਲਈ, ਤਾਂ ਇਹਦੇ ਵਿੱਚ ਵੋਲਟੇਜ ਡਿਵਾਈਡ ਹੋ ਜਾਏਗੀ। ਠੀਕ ਹੈ, ਜਿਸ ਦੇ ਨਾਲ ਕਰੰਟ ਘੱਟ ਜਾਏਗਾ ਅਤੇ ਸੀਰੀਜ਼ 'ਚ ਡੈਮੇਜ ਹੋਣ ਦਾ ਖਤਰਾ ਵੀ ਹੁੰਦਾ ਹੈ। ਹਾਊ ਡਜ਼ ਦੀ ਰਜਿਸਟੈਂਸ ਆਫ ਵਾਇਰ, ਇਹ ਕੀ ਹੈ ਕ੍ਰੋਸ ਸੈਕਸ਼ਨ ਏਰੀਏ ਦੇ ਇਨਵਰਸਲੀ ਪ੍ਰਪੋਰਸ਼ਨਲ ਹੈਗੀ ਹੈ। ਜੇ ਕ੍ਰੋਸ ਸੈਕਸ਼ਨ ਏਰੀਆ ਜ਼ਿਆਦਾ ਹੈ ਤਾਂ ਰਜਿਸਟੈਂਸ ਕੀ ਹੈ ਹੋਏਗੀ ਘੱਟ ਹੋਏਗੀ। ਕਾਪਰ ਅਤੇ ਅਲਮੀਨੀਅਮ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ ਹੁੰਦੇ ਆ ਕਿਉਂਕਿ ਇਹਨਾਂ ਦੀ ਰਜਿਸਟਿਵਿਟੀ ਕੀ ਹੈ ਘੱਟ ਹੈ ਅਤੇ ਕੰਡਕਟਿਵਿਟੀ ਜ਼ਿਆਦਾ ਹੋਏਗੀ। ਦੇ ਆਰ ਗੁੱਡ ਕੰਡਕਟਰ ਆਫ, ਰਜਿਸਟਿਵਿਟੀ ਹੈ ਦੇ ਆਰ ਇਨਵਰਸਲੀ ਪ੍ਰਪੋਰਸ਼ਨਲ। ਠੀਕ ਹੈ, ਰਜਿਸਟਿਵਿਟੀ ਲੋ ਹੈ ਤਾਂ ਕੰਡਕਟਿਵਿਟੀ ਜ਼ਿਆਦਾ ਹੋਏਗੀ, ਦੈਟਸ ਵਾਈ ਦੇ ਆਰ ਯੂਜ਼ ਫॉर ਦੀ ਇਲੈਕਟ੍ਰੀਕਲ ਟਰਾਂਸਮਿਸ਼ਨ। ਤਾਂ ਇੱਦਾਂ ਦੇ ਛੋਟੇ ਛੋਟੇ ਕੁਐਸਚਨ ਤੁਹਾਨੂੰ 1-2 ਨੰਬਰਾਂ ਦੇ ਆ ਜਾਂਦੇ ਹੈਗੇ, ਯੂ ਕੈਨ ਡੂ ਫਰੋਮ ਹੇਅਰ। ਠੀਕ ਹੈ, ਜਿਸ ਤਰ੍ਹਾਂ ਛੋਟਾ ਜਿਹਾ ਨੂਮੈਰੀਕਲ ਦਿੱਤਾ ਹੋਇਆ ਬੜਾ ਈਜ਼ਲੀ ਹੈਗਾ, ਕਿੰਨੀ ਹੀਟ ਪ੍ਰੋਡਿਊਸ ਹੋਏਗੀ, ਸਿੰਪਲ ਆ। R ਦਿੱਤਾ, I ਦਿੱਤਾ, T ਦਿੱਤਾ, ਹੀਟ ਕੱਢਣੀ ਹੈ I² RT ਕੱਢ ਸਕਦੇ ਹੋ। 15 ਦਾ ਸਕੇਅਰ R 8 ਓਮ ਹੈ ਅਤੇ 2 ਘੰਟੇ ਨੂੰ ਅੱਗੇ ਮਿੰਟ ਅਤੇ ਸਕਿੰਟਾਂ 'ਚ ਚੇਂਜ ਕਰ ਲਓਗੇ ਜੂਲ 'ਚ ਆਨਸਰ ਆ ਜਾਏਗਾ। ਤਾਂ ਕੋਈ ਵੀ ਨੂਮੈਰੀਕਲ ਆ ਸਕਦਾ ਹੈਗਾ ਸਿੰਪਲ ਜਿਹਾ, ਜਿਵੇਂ ਇਸ 'ਚ ਇੱਥੇ ਦੇਖੋ। ਠੀਕ ਹੈ, ਤੁਸੀਂ ਕਰੰਟ ਕੱਢਣਾ ਸੀਗਾ P/V ਲਗਾ ਕੇ, ਇਹ ਵੀ ਕਰ ਸਕਦੇ ਹੋ। ਠੀਕ ਹੈ, ਔਰ much more material is available, I will definitely send you the link if you ask for it। ਤਾਂ ਇੱਥੇ ਇਹ ਇੱਕ ਟਿਊਟੋਰੀਅਲ ਸੀਗੇ, ਡਾਊਨਲੋਡ ਬ੍ਰਾਈਟ ਟਿਊਟੋਰੀਅਲ ਐਪ from where I got these solved questions। ਠੀਕ ਹੈ, you can see
again can read any question from here for the more clarity. Thank you for watching.